ਜਿਵੇਂ ਇੱਕ ਸਾਧਕ ਨੇ, ਜਗਿਆਸੂ ਨੇ ਪਰਮ ਸਤਿਗੁਰੂ ਕੋਲੋਂ ਪੁੱਛਿਆ ਕਿ ਅਗਿਆਨੀ ਅਤੇ ਗਿਆਨੀ ਦੇ ਵਿੱਚ ਕੀ ਫਰਕ ਹੈ। ਉਹ ਕਹਿੰਦੇ ਅਗਿਆਨੀ ਯਾਨੀ ਸੁੱਤਾ ਹੋਇਆ ਮਨੁੱਖ, ਗਿਆਨੀ ਬ੍ਰਹਮ ਗਿਆਨੀ ਕਹਿ ਲਓ, ਜਾਗਰਤ ਜਾਗਿਆ ਹੋਇਆ। ਹੁਣ ਜਾਗੇ ਹੋਏ ਅਤੇ ਸੁੱਤੇ ਹੋਏ 'ਚ ਕਿੰਨਾ ਕੁ ਫਰਕ ਹੈ। ਬੰਦਾ ਉਹੋ ਹੀ ਹੈ ਜਿਹੜਾ ਸੁੱਤਾ ਹੋਇਆ, ਉਹੋ ਹੀ ਜਾਗ ਜਾਂਦਾ ਹੈ ਅਤੇ ਜਾਗ ਕੇ ਦੇਖਦਾ। ਫਿਰ ਵੀ ਫਰਕ ਤਾਂ ਬਹੁਤ ਹੈ ਨਾ। ਤੇ ਬਸ ਇਹੋ ਹੀ ਫਰਕ ਹੈ। ਜਿਹੜੇ ਜਾਗ ਕੇ ਦੇਖਦੇ ਹਨ ਤੇ ਉਹਨਾਂ ਨੂੰ ਜੋ ਵਾਸਤਵਿਕ ਹੈ ਉਹ ਦਿਖਾਈ ਦਿੰਦਾ ਹੈ, ਅਤੇ ਜਿਹੜੇ ਸੁੱਤੇ ਸੁੱਤੇ ਦੇਖ ਰਹੇ ਹਨ ਹੁਣ ਉਹ ਦੇਖ ਰਹੇ ਹਨ ਜੋ ਦੇਖਣਾ ਚਾਹ ਰਹੇ ਹਨ। ਇਸ ਕਰਕੇ ਹਰ ਇੱਕ ਮਨੁੱਖ ਦਾ ਅਲੱਗਾ ਸੰਸਾਰ ਹੁੰਦਾ, ਕਿਉਂਕਿ ਉਹਦੀ ਚਾਹਤ ਤੋਂ ਪੈਦਾ ਹੁੰਦਾ ਅਤੇ ਹਰ ਇੱਕ ਆਪਣਾ ਆਪਣਾ ਸੁਪਨਾ ਦੇਖਦਾ ਹੈ। ਅਤੇ ਸਾਰੇ ਹੀ ਸੁਪਨੇ ਦੇ ਵਿੱਚ ਉਲਝੇ ਹੋਏ ਹਨ ਅਤੇ ਸੁਪਨੇ ਦੇ ਵਿੱਚ ਹੀ ਬਾਹਰ ਸੁੱਖ ਮੰਗ ਰਹੇ ਹਨ, ਸੁੱਖ ਢੋਲ ਰਹੇ ਹਨ। ਇਹ ਵੈਸੀ ਹੀ ਦਸ਼ਾ ਹੈ ਜੈਸੀ ਦਸ਼ਾ ਰਵਿਦਾਸ ਜੀ ਨੇ ਲਿਖੀ ਹੋਈ ਹੈ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਅਛਤ ਰਾਜ ਬਿਛਰਤ ਦੁਖ ਪੈ, ਸੋਗਤ ਪਈ ਹਮਾਰੀ। ਕਹਿੰਦੇ ਹਨ ਜਿਵੇਂ ਸਮਰਾਟ ਆਪਣੇ ਸਿੰਘਾਸਨ 'ਤੇ ਸੁੱਤਾ ਹੋਇਆ ਰਾਤ ਨੂੰ ਅਤੇ ਸੁਪਨਾ ਦੇਖ ਰਿਹਾ ਹੈ, ਸੁਪਨੇ 'ਚ ਭਿਖਾਰੀ ਹੋ ਗਿਆ ਅਤੇ ਭੀਖ ਮੰਗ ਰਿਹਾ ਹੈ, ਭੁੱਖ ਲੱਗੀ ਹੋਈ ਹੈ, ਸਰੀਰ ਵਾਸਤੇ ਕੱਪੜਾ ਮੰਗ ਰਿਹਾ ਹੋਵੇਗਾ, ਭਾਵ ਕਿ ਸੁੱਖ ਮੰਗ ਰਿਹਾ ਹੈ ਬਾਹਰੋਂ ਲੋਕਾਂ ਕੋਲੋਂ, ਪਰ ਆਪ ਸੁਖਾਸਨ 'ਤੇ ਸੁੱਤਾ ਹੋਇਆ ਹੈ। ਦੇਖੋ ਇਹੋ ਰਵਿਦਾਸ ਜੀ ਕਹਿੰਦੇ ਨਾ, ਮਾਧੋ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਕਹਿੰਦੇ ਇਹ ਭਰਮ ਪੈ ਗਿਆ। ਇਹੋ ਹੀ ਭਰਮ ਹੈ। ਸੁੱਤਾ ਹੋਇਆ ਹੈ ਸਿੰਘਾਸਨ 'ਤੇ ਆਪਣੇ 'ਤੇ, ਸਾਰੇ ਸੁੱਖ ਮੌਜੂਦ ਹਨ ਸਮਰਾਟ ਕੋਲ, ਕੋਈ ਵੀ ਕਮੀ ਨਹੀਂ ਹੈ, ਪਰ ਉਹ ਭੀਖ ਮੰਗ ਰਿਹਾ ਹੈ। ਪਰ ਜਦੋਂ ਫਿਰ ਉਹ ਭੀਖ ਮੰਗ ਰਿਹਾ ਹੈ ਸੁੱਤਾ ਹੋਇਆ, ਉਦੋਂ ਉਹ ਵਾਸਤਵਿਕ ਜੀਵਨ ਭੋਗ ਰਿਹਾ ਹੈ। ਉਦੋਂ ਥੋੜ੍ਹੇ ਝੂਠ ਪ੍ਰਤੀਤ ਹੁੰਦਾ ਜਦੋਂ ਸੁਪਨਾ ਦੇਖ ਰਿਹਾ ਹੈ ਆਦਮੀ। ਅਤੇ ਅਗਰ ਉਹ ਸਮਰਾਟ ਲਗਾਤਾਰ ਹੀ ਸੁਪਨਾ ਹੀ ਦੇਖਦਾ ਰਹੇ ਸਾਰੀ ਜ਼ਿੰਦਗੀ, ਸੁਪਨਾ ਟੁੱਟੇ ਨਾ ਉਹਦਾ, ਤਾਂ ਉਹ ਜੀਵਨ ਵੈਸੇ ਹੀ ਭੋਗਦਾ ਰਹੇਗਾ ਜੈਸਾ ਬਾਹਰ, ਤਾਂ ਉਹ ਸੋਚਦਾ ਰਹੇਗਾ ਮੈਂ ਭਿਖਾਰੀ। ਅਤੇ ਬਾਹਰ ਸੁੱਖ ਮੰਗ ਰਿਹਾ, ਭੀਖ ਮੰਗ ਰਿਹਾ। ਇਹੋ ਹੀ ਹਾਲਤ ਮਨੁੱਖ ਦੀ ਹੋ ਗਈ। ਉਹ ਸੁੱਖਾਂ ਦਾ ਖਜ਼ਾਨਾ ਉਹਦੇ ਅੰਦਰ ਸੀ, ਪਰ ਉਹ ਚੱਲ ਪਿਆ ਬਾਹਰ। ਵੀ ਬਾਹਰੋਂ ਸੁੱਖ ਮਿਲਦੇ ਹਨ ਸੰਸਾਰ ਵਿੱਚ, ਸੁੱਖਾਂ ਦੀ ਤਲਾਸ਼ ਦੇ ਵਿੱਚ ਹੀ ਬੰਦਾ ਜਾਂਦਾ ਹੈ ਨਾ। ਹਰ ਬੱਚੇ ਦੀ ਇਹੋ ਹੀ ਖਵਾਇਸ਼ ਹੁੰਦੀ ਹੈ ਨਾ
ਵੀ ਮੈਂ ਮੌਜ ਮਸਤੀ ਦਾ ਵਧੀਆ ਜੀਵਨ ਐਸ਼ੋ ਆਰਾਮ ਦਾ ਬਿਤਾਵਾਂ। ਹਰ ਇੱਕ ਬੰਦੇ ਦੀ ਇਹ ਖੁਆਇਸ਼, ਹਰ ਇਸਤਰੀ ਦੀ ਇਹ ਖੁਆਇਸ਼ ਸੁਖਪੂਰਵਕ ਜੀਵਨ ਹੋਵੇ। ਸੁੱਖਾਂ ਦੀਆਂ ਅਰਦਾਸਾਂ ਵੀ ਲੋਕ ਕਰਵਾਉਂਦੇ ਆ, ਅਤੇ ਸੁੱਖ ਤਾਂ ਬਾਹਰੋਂ ਮੰਗ ਰਹੇ ਹਨ, ਅਰਦਾਸਾਂ ਕਰਕੇ ਵੀ ਬਾਹਰੋਂ ਮੰਗਦੇ ਆ। ਅਰਦਾਸਾਂ ਵੀ ਸੁਪਨੇ 'ਚ ਹੀ ਹੁੰਦੀਆਂ ਹਨ। ਇਹ ਬਾਹਰੀ ਧਰਮ ਵੀ ਸੁਪਨੇ ਦਾ ਹੀ ਹਿੱਸਾ ਹੈ। ਇਸ ਕਰਕੇ ਇਹਦੇ ਤੋਂ ਵੀ ਜਗਾਇਆ ਜਾਂਦਾ ਹੈ, ਕਿਉਂਕਿ ਇਹ ਵੀ ਵਿਚਾਰ ਦਾ ਹਿੱਸਾ ਹੈ। ਅਤੇ ਬਾਹਰੋਂ ਸੁੱਖ ਮੰਗ ਰਿਹਾ ਹੈ ਜਿਹੜਾ, ਉਹ ਸੁਪਨੇ 'ਚ ਹੈ। ਤੇ ਹੈ ਸੇ ਸਮਰਾਟ ਦਾ ਪੁੱਤਰ। ਹੁਣ ਸਾਰੇ ਜੀਵ ਹੀ ਪਰਮਾਤਮਾ ਤੋਂ ਪੈਦਾ ਹੋ ਰਹੇ। ਅਤੇ ਅਗਰ ਪਰਮਾਤਮਾ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਹੈਗਾ, ਸਭ ਜੀਆਂ ਕਾ ਦਾਤਾ, ਤੋ ਸਾਰਿਆਂ ਨੂੰ ਪਾਲਣ ਕਰ ਰਿਹਾ ਹੈ। ਤਾਂ ਉਹਦਾ ਜਿਹੜਾ ਬੱਚਾ ਹੈ ਉਹ ਬਾਹਰ ਭੀਖ ਮੰਗ ਰਿਹਾ ਹੈ। ਇਸੇ ਕਾਰਨ ਕਹਿੰਦੇ ਨਾ ਜਾਗਰ ਪੁਰਸ਼ ਵੀ ਸ਼ਰਮ ਕਰੋ ਕੁਛ, ਤੁਸੀਂ ਬਾਹਰ ਮੰਗ ਰਹੇ ਹੋ, ਖਜ਼ਾਨਾ ਤੁਹਾਡੇ ਅੰਦਰ ਹੈ। ਸੁੱਖ ਨਿਧਾਨ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸ਼ਰਾਮ। ਉਹ ਅੰਦਰ ਹੈ ਵਿਸ਼ਰਾਮ ਅਵਸਥਾ ਦੇ ਵਿੱਚ। ਅਤੇ ਲੋਕ ਬਾਹਰ ਪਾਠ ਕਰਕੇ ਵੀ ਬਾਹਰ ਹੀ ਲੱਭਦੇ ਹਨ ਵੀ ਪਾਠ ਕੀਤਿਆਂ ਮਿਲ ਜੂਗਾ। ਬਾਹਰੋਂ ਸੰਸਾਰ ਵਿੱਚੋਂ ਸੰਸਾਰ ਵਾਸਤੇ ਹੀ ਪਾਠ ਕਰਦੇ ਹਨ, ਸੁੱਖ ਸੁਵਿਧਾ ਬਣੀ ਰਵੇ। ਅਤੇ ਜਿਹੜਾ ਬਾਹਰੋਂ ਮੰਗ ਰਿਹਾ ਹੈ ਉਹ ਸੁਪਨੇ 'ਚ ਹੈ, ਸੋਚ ਰਿਹਾ ਹੈ ਬਾਹਰੋਂ ਮਿਲ ਜਾਵੇ। ਅਤੇ ਬਾਹਰ ਆਦਮੀ ਸੁੱਖਾਂ ਵਾਸਤੇ ਭੱਜੇ ਫਿਰਦੇ ਆ, ਸਭ ਸੁੱਤੇ ਹੋਏ। ਅਤੇ ਰਵਿਦਾਸ ਜੀ ਦੇਖੋ ਕਿੰਨੇ ਗਰੀਬ ਘਰਾਣੇ ਦੇ ਵਿੱਚੋਂ ਸਨ। ਕਬੀਰ ਜੀ ਵੀ ਅਤੇ ਉਹਦੇ ਵਿੱਚ ਹੀ ਉਹ ਸੰਤੁਸ਼ਟ ਸਨ, ਕਿਉਂਕਿ ਉਹਨਾਂ ਨੂੰ ਸਦੀਵੀ ਸੁੱਖ ਅੰਦਰੋਂ ਮਿਲ ਰਿਹਾ ਸੀ। ਜਿਹਨੂੰ ਅੰਦਰੋਂ ਮਿਲ ਜਾਂਦਾ, ਬਾਹਰ ਸੰਸਾਰ 'ਚ ਨਹੀਂ ਖੋਜਦਾ ਵੀ ਮੈਂ ਹੋਰ ਕੰਮ ਵਧਾ ਲਵਾਂ, ਕੋਠੀਆਂ ਪਾ ਲਵਾਂ, ਕੋਈ ਐਸ਼ੋ ਆਰਾਮ ਦੀਆਂ ਚੀਜ਼ਾਂ ਲੈ ਲਵਾਂ ਵੀ ਬਾਹਰੋਂ ਸੁੱਖ ਮਿਲੇਗਾ। ਉਹਨਾਂ ਨੇ ਐਸਾ ਥੋੜ੍ਹੀ ਕੁਝ ਕੀਤਾ। ਉਪਜੀਵਕਾ ਵਾਸਤੇ, ਸਿਰਫ ਪੇਟ ਭਰਨ ਵਾਸਤੇ, ਸਰੀਰ ਚਲਾਉਣ ਵਾਸਤੇ ਮੰਗਿਆ ਵੀ ਉਹਨਾਂ ਕੀ ਹੈ, ਅੱਧ ਸਿਰ ਮੰਗੋ ਦਾਲੇ, ਮੁੱਕ ਦੋਨੋਂ ਵਕਤ ਦੁਆਲੇ। ਬਸ ਉਹਨਾਂ ਕੀ 2 ਵਕਤ ਦੀ ਨਹੀਂ ਰੋਟੀ ਚਾਹੀਦੀ, ਉਹਨਾਂ ਕੁ ਕਮਾ ਲੈਂਦੇ, ਅੰਦਰੋਂ ਸੰਤੁਸ਼ਟ। ਅਤੇ ਬਾਹਰ ਜਿਹੜਾ ਸੁੱਖ ਨਹੀਂ ਟੋਲਦਾ ਹੈ ਉਹ ਅੰਦਰ ਨੂੰ ਮੁੜਦਾ ਹੈ। ਇਸੇ ਕਾਰਨ ਕਿਹਾ ਜਾਂਦਾ ਬਾਹਰਲੀਆਂ ਵਾਸ਼ਨਾਵਾਂ ਜਿਹੜਾ ਨਹੀਂ ਕਰਦਾ। ਵਾਸ਼ਨਾ ਸੁੱਖਾਂ ਦੀਆਂ ਹੁੰਦੀਆਂ, ਚਾਹਤਾਂ ਸੁੱਖਾਂ ਦੀਆਂ ਹੁੰਦੀਆਂ। ਜੋ ਕੁਛ ਵੀ ਆਦਮੀ ਸੋਚਦਾ ਹੈ ਸਿਰਫ ਸੁੱਖ ਵਾਸਤੇ ਸੋਚਦਾ ਹੈ। ਇਸ ਕਰਕੇ ਸੁੱਖ ਰੋਗ ਬਣ ਜਾਂਦਾ ਹੈ, ਕਿਉਂਕਿ ਬਾਹਰ ਚਲੇ ਜਾਂਦਾ ਹੈ ਸੁੱਖਾਂ ਨੂੰ ਖੋਜਣ ਵਾਸਤੇ। ਦੁੱਖ ਥੋੜ੍ਹਾ ਜਿਹਾ ਬਾਹਰੋਂ ਹਟਾਉਂਦਾ ਹੈ, ਜਗਾਉਂਦਾ ਹੈ। ਜਿਵੇਂ ਦੁੱਖਦਾਈ ਸੁਪਨਾ ਆ ਰਿਹਾ, ਥੋੜ੍ਹਾ ਜਿਹਾ ਜਾਗਣ ਦੀ ਸੰਭਾਵਨਾ ਹੁੰਦੀ, ਇੱਦਾਂ ਹੀ ਦੁੱਖ ਜਗਾਉਂਦਾ ਹੈ। ਥੋੜ੍ਹਾ ਜਿਹਾ ਸੰਸਾਰ ਵਿੱਚ ਵੀ ਆ ਜਾਵੇ ਅਤੇ ਦਾਰੂ ਬਣਦਾ ਹੈ, ਪਰ ਦੁੱਖ ਤਾਂ ਬਹੁਤ ਹੈ। ਜਗਾਉਣ ਵਾਸਤੇ 4 ਚੁਫੇਰੇ ਦੇਖੋ ਕਿੰਨੇ ਦੁਖੀ ਲੋਕ ਹਨ, ਕਿੰਨੇ ਪਰੇਸ਼ਾਨ। ਜਿਨ੍ਹਾਂ ਨੇ ਦੇਖਿਆ ਸੀ, ਦੇਖੋ ਮੁਰਦਾ ਲਾਸ਼ ਨੂੰ ਦੇਖਿਆ ਗੌਤਮ ਬੁੱਧ ਨੇ, ਅਤੇ ਸਾਰਾ ਸੰਸਾਰ ਦਾ ਦੁੱਖ ਨਜ਼ਰ ਆ ਗਿਆ। ਇੱਕ ਬਿਰਧ ਆਦਮੀ ਨੂੰ ਦੇਖਿਆ, ਡੰਗੋਰੀ ਫੜ ਕੇ ਜਾਂਦੇ, ਸਾਰਾ ਸੰਸਾਰ ਦਾ ਦੁੱਖ ਨਜ਼ਰ ਆ ਗਿਆ। ਇਹ ਤਾਂ ਦੁੱਖ ਹੀ ਦੁੱਖ। ਬਾਹਰੋਂ ਸੁੱਖ ਮਿਲ ਨਹੀਂ ਸਕਦਾ। ਅਗਰ ਬਾਹਰੋਂ ਮਿਲ ਰਿਹਾ ਹੁੰਦਾ ਤਾਂ ਉਹਨਾਂ ਨੇ ਘਰ ਬਾਹਰ ਥੋੜ੍ਹੀ ਛੱਡਣਾ ਸੀ। ਉਹ ਸਮਰਾਟ ਸਨ, ਸਮਰਾਟ ਦੇ ਪੁੱਤਰ ਸਨ, ਬਾਹਰੋਂ ਨਹੀਂ ਮਿਲਿਆ। ਤਾਂ ਬਾਹਰੋਂ ਸੁੱਖ ਦਾ ਕਰਕੇ ਹੀ, ਵਾਸ਼ਨਾ ਕਰਕੇ, ਚਾਹਤਾਂ ਕਰਕੇ ਹੀ ਵਿਚਾਰ ਪੈਦਾ ਹੁੰਦੇ ਹਨ, ਅਤੇ ਆਦਮੀ ਸੰਸਾਰ ਦੇ ਨਾਲ ਜੁੜ ਜਾਂਦਾ ਹੈ। ਉਹ ਵਿਚਾਰ ਕਰਦਾ ਰਹਿੰਦਾ, ਵਿਚਾਰ ਹੀ ਸਪਨਾ ਹੈ, ਅੱਗੇ ਤੋਂ ਅੱਗੇ ਲਗਾਤਾਰ ਚੱਲਦੇ ਰਹਿੰਦੇ। ਤਾਂ ਉਹ ਹੀ ਸੌਣ ਵੇਲੇ ਵਿਚਾਰ ਹੀ ਫਿਰ ਰਾਤ ਦਾ ਸੁਪਨਾ ਬਣ ਜਾਂਦੇ। ਸਵੇਰੇ ਉੱਠ ਕੇ ਫਿਰ ਸ਼ੁਰੂ
ਇਹ ਜਾਗਰਤ ਪੁਰਸ਼ ਜਿਹੜੇ ਜਗਾਉਣ ਦੀ ਕੋਸ਼ਿਸ਼ ਕਰਦੇ ਹਨ, ਚੇਸ਼ਟਾ, ਉਹ ਕਹਿੰਦੇ ਹਨ ਜਾਗ ਲਿਓ ਰੇ ਮਨਾ ਜਾਗ ਲਿਓ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਪੀਤਾ, ਸੰਗ ਨਾ ਹੋਇਆ। ਇਹ ਜਿਹਦੇ ਤਨ ਕਰਕੇ ਤੁਸੀਂ ਇੰਨਾ ਕੁਛ ਕਰ ਰਹੇ ਹੋ, ਇਹ ਨਾਲ ਨਿਭਣ ਵਾਲਾ ਨਹੀਂ ਹੈ, ਥੋੜ੍ਹਾ ਚਿਰ ਹੀ ਚੱਲਣ ਵਾਲਾ। ਇਹਦੇ ਵਾਸਤੇ ਨਾ ਬਹੁਤੇ ਭੱਜੇ ਫਿਰੋ। ਜਾਗੋ, ਆਪਣੇ ਪ੍ਰਤੀ ਜਾਗੋ। ਤੁਸੀਂ ਸੰਸਾਰ ਦੇ ਪ੍ਰਤੀ ਜਾਗ ਰਹੇ ਹੋ, ਇਸ ਕਰਕੇ ਸੁੱਤੇ ਹੋ। ਆਪਣੇ ਪ੍ਰਤਿਓਂ ਸੁੱਤੇ ਹੋ, ਸੰਸਾਰ ਦੇ ਪ੍ਰਤੀ ਜਾਗ ਰਹੇ ਹੋ, ਕਿਉਂਕਿ ਵਿਚਾਰਧਾਰਾ ਸੰਸਾਰ ਦੀ, ਜਾਂ ਸਰੀਰ ਦੇ ਪ੍ਰਤੀ ਜਾਗ ਰਹੇ ਹੋ, ਜਾਂ ਵਿਚਾਰਾਂ ਦੇ ਪ੍ਰਤੀ ਜਾਗ ਰਹੇ ਹੋਗੇ, ਬੁੱਧੀ ਦੇ ਪ੍ਰਤੀ ਜਾਗ ਰਹੇ ਹੋ, ਭਾਵ ਕਿ ਜਿਹਦੇ ਬਾਰੇ ਸੋਚ ਰਹੇ ਹੋ ਉਹਦੇ ਪ੍ਰਤੀ ਜਾਗ ਰਹੇ ਹੋ, ਤੇ ਆਪਣੇ ਵੱਲੋਂ ਸੁੱਤੇ ਹੋਏ। ਇਸੇ ਕਾਰਨ ਹੀ ਕਿਹਾ ਜਾਂਦਾ ਹੈ ਕਿ ਸੰਸਾਰ ਦੀ ਵਿਚਾਰਧਾਰਾ ਜਿਹੜੀ ਹੈ ਨਾ, ਉਹ ਸੱਤ ਨਹੀਂ ਹੈ, ਕਿਉਂਕਿ ਸੰਸਾਰ ਚੱਲ ਰਿਹਾ ਹੈ, ਮਿਟ ਰਿਹਾ ਹੈ, ਮਿਟ ਉਹਦੇ ਵਿੱਚ ਹੀ ਰਿਹਾ ਹੈ, ਪਰ ਮਿਟ ਰਿਹਾ ਹੈ ਹਰ ਵਕਤ। ਕੂੜ ਹੈ, ਝੂਠ ਹੈ, ਇਹ ਸੱਤ ਹੈ, ਮਿਟਣ ਵਾਲਾ। ਅਤੇ ਇਹਦੇ ਨਾਲ ਵਿਚਾਰਧਾਰਾ ਚੱਲ ਰਹੀ ਹੈ, ਇਹਦੇ ਤੋਂ ਸੁੱਖ ਲੱਭ ਰਹੇ ਹੋ। ਕਿੰਨਾ ਕੁ ਚਿਰ ਲੱਭੋਗੇ, ਕਿੰਨਾ ਕੁ ਚਿਰ ਜੀਓਗੇ, ਕਿ ਜਿਹਦੇ ਦੁਬਾਰਾ ਲੱਭ ਰਹੇ ਹੋ ਉਹ ਵੀ ਸਦਾ ਨਹੀਂ ਰਹਿਣ ਵਾਲਾ ਹੈ। ਜਿਹਨੂੰ ਸਦਾ ਸੁੱਖਾਂ ਦੇ ਵਿੱਚ ਰੱਖਣਾ ਚਾਹੁੰਦੇ ਹੋ ਉਹ ਵੀ ਨਹੀਂ ਰਹਿਣ ਵਾਲਾ ਹੈ, ਸਭ ਕੁਛ ਮਿਟਣ ਵਾਲਾ ਹੈ। ਅਤੇ ਇਸ ਕਾਰਨ ਵਾਰ-ਵਾਰ ਜੋ ਮਿਟਣ ਵਾਲਾ ਹੈ ਨਾ, ਉੱਧਰੋਂ ਸੁਚੇਤ ਕੀਤਾ ਜਾਂਦਾ ਹੈ ਵੀ ਮਿਟਣ ਵਾਲੇ ਦਾ ਖਹਿੜਾ ਛੱਡੋ, ਅਤੇ ਜਿਹੜਾ ਮਿਟਣ ਵਾਲਾ ਹੈ ਤੁਸੀਂ ਉੱਧਰ ਨੂੰ ਦ੍ਰਿਸ਼ਟੀ ਹਟਾਓਗੇ ਅਤੇ ਥੋੜ੍ਹਾ ਜਿਹਾ ਹੋਸ਼ ਆਊਗਾ ਤੁਹਾਨੂੰ, ਤੁਸੀਂ ਸੁਚੇਤ ਹੋਵੋਗੇ। ਅਤੇ ਜਿਹੜਾ ਸੁਚੇਤ ਹੋਵੇਗਾ ਉਹ ਜਾਗੇਗਾ ਨਾ। ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੇਂ ਪ੍ਰਾਣੀ, ਛਿਨ ਛਿਨ ਔਦ ਬਿਹਾਤ ਹੈ ਫੂਟੇ ਕਟ ਜੋ ਪਾਣੀ। ਕਹਿੰਦੇ ਚੇਤਨਾ ਹੈ, ਥੋੜ੍ਹਾ ਸੁਚੇਤ ਹੈ, ਅਤੇ ਦੇਖ ਵੀ ਜਿਵੇਂ ਟੁੱਟੇ ਹੋਏ ਘੜੇ ਦੇ ਵਿੱਚੋਂ ਪਾਣੀ ਨਿਕਲ ਰਿਹਾ ਹੈ ਅਤੇ ਇੱਕ ਦਿਨ ਖਾਲੀ ਹੋ ਜਾਣਾ। ਇਸ ਤਰ੍ਹਾਂ ਹੀ ਤੇਰੀ ਚੇਤਨਾ, ਸਵਾਸ ਮੁੱਕ ਰਹੇ ਹਨ, ਜੀਵਨ ਊਰਜਾ ਖਤਮ ਹੋ ਰਹੀ ਹੈ, ਹੋ ਹੀ ਰਹੀ ਹੈ, ਅਤੇ ਆਸਤੇ ਆਸਤੇ ਮੌਤ ਵੱਲ ਨੂੰ ਜਾ ਰਿਹਾ ਹੈ। ਜਿਹੜਾ ਵੀ ਪੈਦਾ ਹੋਇਆ ਉਹ ਹੀ ਜਾ ਰਿਹਾ ਹੈ, ਹਰ ਵਕਤ ਜਾ ਰਿਹਾ ਹੈ। ਅਤੇ ਅਗਰ ਇਸ ਮਿਰਤ ਮੰਡਲ ਦੇ ਨਾਲ ਸੁਰਤ ਜੁੜੀ ਰਹੀ ਤਾਂ ਫਿਰ ਹੀ ਦੁਬਾਰਾ ਇੱਥੇ ਭਟਕਣਾ ਪਵੇਗਾ। ਤੈਨੂੰ ਇਸ ਕਰਕੇ ਮਿਰਤ ਮੰਡਲ ਕਿਹਾ, ਝੂਠ ਕਿਹਾ ਹੈ, ਅਸੱਤ ਕਿਹਾ ਹੈ। ਅਤੇ ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ ਵੀ ਹੇਠਲੀਆਂ ਪੰਕਤੀਆਂ ਜਿਹੜੀਆਂ ਹਨ ਨਾ, ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਪਹਿਲਾਂ ਇਹਨਾਂ ਦਾ ਭਾਵ ਸਮਝਣਾ। ਅਤੇ ਜਿਹੜਾ ਇਹਨਾਂ ਦਾ ਭਾਵ ਸਮਝ ਜਾਵੇਗਾ ਨਾ ਵੀ ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਾ, ਸਭ ਕੁਛ ਹੀ ਝੂਠ ਹੈ, ਅਸੱਤ ਹੈ, ਖਿਆਲ ਵਿੱਚ ਆਉਣ ਲੱਗ ਗਿਆ ਵਾ ਤੁਹਾਡੇ। ਤੁਸੀਂ ਜਾਗਣ ਲੱਗ ਪਏ, ਜਦੋਂ ਜਾਗਣ ਲੱਗ ਪਏ, ਜਾਗ ਆਉਣ ਲੱਗ ਪਈ ਤੁਹਾਨੂੰ, ਤਾਂ ਤੁਹਾਨੂੰ ਆਪਣੇ ਆਪ ਹੀ ਖਿਆਲ ਆ ਜਾਵੇਗਾ ਉਹਦਾ ਵੀ ਇਹ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿਸ਼ਵਾਸ। ਵੀ ਕੋਠੜੀ ਤਾਂ ਸੱਚੇ ਦੀ ਹੈ, ਪਰ ਕੋਠੜੀ ਮਿਟ ਰਹੀ ਹੈ, ਅਤੇ ਜਿਹੜਾ ਵਾਸ ਹੈ ਜਿਹਦਾ, ਉਹ ਨਹੀਂ ਮਿਟ ਰਿਹਾ ਹੈ। ਤਾਂ ਸੱਚੇ ਦੀ ਕੋਠੜੀ, ਪਰ ਕੋਠੜੀ ਜਿਹੜੀ ਹੈ ਥਿਰ ਨਹੀਂ ਹੈ ਨਾ, ਸਰੀਰ ਥਿਰ ਨਹੀਂ ਹੈ ਨਾ, ਸਰੀਰ ਦੇ ਵਿੱਚ ਵਸਣ ਵਾਲਾ ਉਹ ਥਿਰ। ਅਤੇ ਜੋ ਮਿਟ ਰਿਹਾ ਹੈ ਉਹਨੂੰ ਜਾਣੋ, ਉਹਨੂੰ ਖਿਆਲ ਵਿੱਚ ਲਓ। ਅਤੇ ਇਹ ਬਹੁਤ ਹੀ ਸਹਿਜ ਅਤੇ ਸੁਭਾਵਿਕ ਹੈ ਮਾਰਗ, ਖਿਆਲ ਵਿੱਚ ਲਓ ਤੁਸੀਂ ਅਜੋਕੇ ਸਮੇਂ 'ਚ ਵੀ, ਕਿਉਂਕਿ ਅਜੋਕੇ ਸਮੇਂ ਦੇ ਹਿਸਾਬ ਨਾਲ ਬੋਲਿਆ ਜਾ ਰਿਹਾ ਹੈ। ਹਾਂ, ਤੁਹਾਡੇ ਖਿਆਲ ਵਿੱਚ ਨਹੀਂ ਆਉਂਦਾ ਹੈ, ਬਹੁਤ ਸਮਾਂ ਲੱਗ ਜਾਂਦਾ ਹੈ ਵਾਸਤਵਿਕ ਦੇ ਵਿੱਚ ਜੋ ਕਿਹਾ ਜਾਂਦਾ ਹੈ ਨਾ, ਉਹਨੂੰ ਸਮਝਣ ਵਾਸਤੇ। ਫਿਰ ਵੀ ਵਡਭਾਗੀ ਹਨ ਜਿਹੜੇ ਥੋੜ੍ਹਾ ਥੋੜ੍ਹਾ ਸਮਝ ਰਹੇ ਹਨ,
ਜਿਨ੍ਹਾਂ ਦੇ ਖਿਆਲ ਵਿੱਚ ਆ ਰਿਹਾ ਹੈ ਵੀ ਇਹ ਜੋ ਝੂਠ ਹੈ ਇੱਧਰੋਂ ਧਿਆਨ ਹਟਾਉਣਾ ਹੈ, ਜੇ ਸੱਚ ਵੱਲ ਜਾਣਾ ਹੈ। ਕੂੜ ਨੂੰ ਕੂੜ ਦੀ ਤਰ੍ਹਾਂ ਦੇਖ ਲੈਣਾ ਹੈ, ਜੇ ਸੱਚਿਆਰ ਹੋਣਾ ਹੈ। ਕੂੜ ਤੋਂ ਦ੍ਰਿਸ਼ਟੀ ਹਟਾਉਣੀ ਹੈ, ਜੇ ਸੱਚਿਆਰ ਵੱਲ ਜਾਣਾ ਹੈ। ਕੂੜ ਤੋਂ ਧਿਆਨ ਹਟਾਉਣਾ, ਝੂਠ ਦੇ ਨਾਲ ਜੁੜਿਆ ਹੋਇਆ ਹੋ ਨਾ ਤੁਸੀਂ, ਜੋ ਮਿਟ ਰਿਹਾ ਹੈ ਉਹਦੇ ਨਾਲ ਹੀ ਸੁਰਤ ਜੁੜੀ ਹੋਈ ਹੈ ਤੇ ਉਧਰੋਂ ਹਟਾਉਣੀ, ਉਹਦੇ ਹੀ ਵਿਚਾਰ ਚੱਲਦੇ ਹਨ। ਪਰਮਾਤਮਾ ਦਾ ਕੋਈ ਵਿਚਾਰ ਨਹੀਂ ਹੁੰਦਾ ਹੈ, ਕਿਉਂਕਿ ਪਰਮਾਤਮਾ ਇੱਕ ਹੈ। ਸੰਸਾਰ ਦੀ ਵਿਚਾਰਧਾਰਾ ਹੁੰਦੀ ਹੈ, ਕਿਉਂਕਿ ਸੰਸਾਰ ਅਨੇਕ ਹੈ ਤੇ ਅਨੇਕਤਾ ਵੱਲ ਨੂੰ ਹਟਾਓ ਧਿਆਨ ਤੇ ਤੁਸੀਂ ਇੱਕ ਵੱਲ ਨੂੰ ਜਾਓਗੇ। ਇਸ ਕਾਰਨ ਵਿਚਾਰ ਬੰਦ ਕਰਨ ਵਾਸਤੇ ਕਿਹਾ ਜਾਂਦਾ ਹੈ, ਧਿਆਨ ਕਰਨਾ ਹੈ ਨਿਰਵਿਚਾਰ ਹੋਣ ਵਾਸਤੇ, ਤਾਂ ਹੀ ਕਿਹਾ ਜਾਂਦਾ ਹੈ ਸੋਚ ਵਿਚਾਰ ਸੰਸਾਰ ਦੀ। ਅਤੇ ਅਗਰ ਸੰਸਾਰ ਨੂੰ ਅਸੱਤ ਸਮਝੋਗੇ, ਝੂਠ ਸਮਝੋਗੇ, ਮਿੱਥਿਆ ਸਮਝੋਗੇ ਤਾਂ ਸੋਚ ਵਿਚਾਰ ਆਪਣੇ ਆਪ ਹੀ ਬੰਦ ਹੁੰਦੀ ਰਹੇਗੀ। ਇਹ ਬਹੁਤ ਸਹਿਜ ਹੈ, ਤੁਸੀਂ ਕਰਕੇ ਦੇਖੋ। ਸੋਚ ਵਿਚਾਰ ਆਪੇ ਘਟ ਜਾਂਦੀ ਹੈ, ਕਿਉਂਕਿ ਜਿਹੜੀ ਚੀਜ਼ ਆਪਾਂ ਨੂੰ ਬਿਲਕੁਲ ਚੰਗੀ ਨਹੀਂ ਲੱਗਦੀ ਹੈ, ਵੀ ਝੂਠ ਹੀ ਹੈ, ਤਾਂ ਉਹਦੇ ਬਾਰੇ ਸੋਚਣਾ ਵੀ ਕੀ ਹੈ। ਤਾਂ ਆਦਮੀ ਸੋਚਦਾ ਨਹੀਂ ਹੈ ਬਹੁਤ, ਅਤੇ ਸੱਤ ਵੱਲ ਨੂੰ ਯਾਤਰਾ ਸ਼ੁਰੂ ਹੋ ਜਾਂਦੀ ਹੈ। ਉਹ ਹੀ ਗੁਰਮੁਖ ਹੋਣਾ ਸ਼ੁਰੂ ਹੋ ਜਾਂਦਾ। ਅਤੇ ਜਿਹੜਾ ਗੁਰਮੁਖ ਹੋ ਗਿਆ ਉਹਨੂੰ ਫਿਰ ਗੁਰਮੰਤਰ ਮਿਲ ਗਿਆ, ਉਪਦੇਸ਼ ਮਿਲ ਗਿਆ ਨਾ, ਸੱਚ ਵੱਲ ਨੂੰ ਆਉਣ ਲੱਗ ਪਿਆ ਅਤੇ ਉਪਦੇਸ਼ ਮਿਲ ਗਿਆ। ਉਹ ਹੀ ਫਿਰ ਸੱਚਿਆਰ ਹੋਣਾ ਸ਼ੁਰੂ ਹੋ ਜਾਂਦਾ ਹੈ। ਅਤੇ ਜਿਹੜਾ ਸੱਚਿਆਰ ਹੋ ਗਿਆ ਤਾਂ ਉਹਨੂੰ ਫਿਰ ਸੱਚ ਹੀ ਸੱਚ ਦਿਖਾਈ ਦਿੰਦਾ ਹੈ, ਫਿਰ ਝੂਠ ਦਿਖਾਈ ਹੀ ਨਹੀਂ ਦਿੰਦਾ ਹੈ।